ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦਾ ਜੋ ਪ੍ਰੈਜੈਂਟੇਸ਼ਨ ਹੈ ਉਹਦੇ ਵਿੱਚ ਜੋ ਅਸੀਂ ਕਰਨ ਜਾ ਰਹੇ ਹਾਂ, ਕੋਸ਼ਿਸ਼ ਕਰਾਂਗੇ ਕਿ ਕਹਾਣੀਆਂ ਦੇ ਰਾਹੀਂ ਗੁਰਮਤਿ ਦਾ ਸੁਨੇਹਾ ਸੰਗਤ ਦੇ ਨਾਲ ਸਾਂਝਾ ਕੀਤਾ ਜਾਵੇ। ਮਹੱਤਵ ਕਹਾਣੀ ਦਾ ਨਹੀਂ ਹੈ, ਜੋ ਉਹਦੇ ਵਿੱਚੋਂ ਸੁਨੇਹਾ ਮਿਲਦਾ ਹੈ ਉਸ ਦਾ ਮਹੱਤਵ ਹੈ। ਕਹਾਣੀ ਦੇ ਸੱਚਾਈ ਹੋਣਾ ਨਾ ਹੋਣਾ ਕੋਈ ਜ਼ਰੂਰੀ ਨਹੀਂ ਹੈ। ਵਿਦਵਾਨ ਲੋਕ ਕਹਾਣੀ ਦਾ ਤੇ ਜੋ ਲਫ਼ਜ਼ੀ ਅਰਥ ਹੈ ਉਹਦੇ ਵਿੱਚੋਂ ਵੀ ਇਹੀ ਮੀਨਿੰਗ ਕੱਢਦੇ ਹਨ ਕਿ ਜੋ ਕਹਾ ਹੈ ਉਹ ਹੈ ਨਹੀਂ। ਕਹਾਣੀ ਦਾ ਲਫ਼ਜ਼ ਦਾ ਮੀਨਿੰਗ ਹੀ ਇਸ ਤਰੀਕੇ ਨਾਲ ਕੀਤਾ ਜਾਂਦਾ ਹੈ। ਤਾਂ ਜ਼ਰੂਰੀ ਨਹੀਂ ਹੈ ਕਿ ਕਹਾਣੀ ਦੇ ਵਿੱਚ ਜੋ ਕੁਝ ਬਿਆਨ ਕੀਤਾ ਜਾ ਰਿਹਾ ਹੈ ਸਭ ਕੁਝ 100% ਠੀਕ ਹੀ ਹੋਵੇ, ਪਰ ਮੇਨ ਗੱਲ ਹੁੰਦੀ ਹੈ ਕਿ ਉਸ ਕਹਾਣੀ ਦਾ ਜੋ ਮੈਸੇਜ ਕੀ ਹੈ, ਸੁਨੇਹਾ ਕੀ ਹੈ, ਔਰ ਉਹ ਜੋ ਸੁਨੇਹਾ ਹੈ ਅਗਰ ਜੋ ਗੁਰਮਤਿ ਦੇ ਅਨੁਕੂਲ ਹੈ ਤਾਂ ਫਿਰ ਉਹ ਸਾਡੇ ਵਾਸਤੇ ਯੂਜ਼ਫੁਲ ਹੈ, ਚੰਗਾ ਹੈ। ਸੋ ਅੱਜ ਦੀ ਜੋ ਪਹਿਲੀ ਕਹਾਣੀ ਹੈ ਉਸ ਦਾ ਸਿਰਲੇਖ ਹੈ ਗਰਮਾ ਗਰਮ ਚਾਹ। ਕੁਝ ਪੜ੍ਹੇ ਲਿਖੇ ਕਾਲਜੀਏਟ ਜੋ ਆਪੋ ਆਪਣੇ ਕੰਮਾਂ ਦੇ ਵਿੱਚ ਵਧੀਆ ਥਾਵਾਂ ਤੇ ਲੱਗੇ ਹੋਏ ਸਨ, ਆਪਣੇ ਕਾਲਜ ਦੀ ਪ੍ਰੀਤ ਮਿਲਣੀ ਦੇ ਮੌਕੇ ਇਕੱਠੇ ਹੋਏ, ਆਪੋ ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ। ਸਭ ਦੀ ਇਹ ਸਲਾਹ ਬਣੀ ਕਿ ਆਪਣੇ ਇੱਕ ਬਹੁਤ ਹੀ ਪਿਆਰੇ ਪ੍ਰੋਫੈਸਰ ਜੋ ਕਿ ਰਿਟਾਇਰ ਹੋ ਚੁੱਕੇ ਸਨ ਅਤੇ ਉਹਨਾਂ ਦੇ ਵਾਸਤੇ ਪੜ੍ਹਾਈ ਦੇ ਦਿਨਾਂ ਦੇ ਦੌਰਾਨ ਪ੍ਰੇਰਨਾ ਦੇ ਸਰੋਤ ਸਨ, ਜਿਨ੍ਹਾਂ ਨਾਲ ਸਭ ਵਿਦਿਆਰਥੀਆਂ ਦਾ ਬਹੁਤ ਪਿਆਰ ਸੀ, ਉਹਨਾਂ ਨੂੰ ਜਾ ਕੇ ਮਿਲਿਆ ਜਾਵੇ। ਸੋ ਪ੍ਰੋਫੈਸਰ ਸਾਹਿਬ ਨੂੰ ਮਿਲਣ ਵਾਸਤੇ ਵਿਦਿਆਰਥੀ ਪਹੁੰਚ ਗਏ ਤੇ ਉਹਨਾਂ ਦੇ ਨਾਲ ਗੱਲਾਂ ਕਰਦਿਆਂ ਹੋਇਆਂ ਵਿਦਿਆਰਥੀਆਂ ਨੇ ਆਪਣੀ ਪਰਿਵਾਰਕ ਅਤੇ ਕੰਮਕਾਜੀ ਜ਼ਿੰਦਗੀ ਦੇ ਵਿੱਚ ਤਣਾਅ ਹੋਣ ਦਾ ਜ਼ਿਕਰ ਕੀਤਾ ਕਿ ਜੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਪੈਸਾ ਤਾਂ ਜ਼ਰੂਰ ਹੈ ਲੇਕਿਨ ਸਟ੍ਰੈਸ ਬਹੁਤ ਹੈ। ਆਪਣੇ ਪ੍ਰਾਹੁਣਿਆਂ ਨੂੰ ਗਰਮਾ ਗਰਮ ਚਾਹ ਦੀ ਆਫਿਸ ਪੇਸ਼ਕਸ਼ ਕਰਕੇ ਪ੍ਰੋਫੈਸਰ ਸਾਹਿਬ ਆਪ ਰਸੋਈ ਵਿੱਚ ਚਲੇ ਗਏ ਤੇ ਚਾਹ ਨਾਲ ਭਰੀ ਹੋਈ ਵੱਡੀ ਸਾਰੀ ਕੇਤਲੀ ਤੇ ਵੰਨ ਸੁਵੰਨੇ ਪਿਆਲੇ ਲੈ ਕੇ ਮੁੜ ਆਏ। ਕੋਈ ਪਿਆਲਾ ਚੀਨੀ ਦਾ, ਕੋਈ ਸ਼ੀਸ਼ੇ ਦਾ, ਕੋਈ ਬੋਨ ਚਾਈਨਾ, ਕੋਈ ਬਹੁਤ ਮਹਿੰਗਾ ਕ੍ਰਿਸਟਲ ਦਾ, ਕਈ ਬਿਲਕੁਲ ਸਾਦੇ ਕਸੂਰੇ, ਕੁਝ ਸ਼ੀਸ਼ੇ ਦੇ ਸਾਦੇ ਗਲਾਸ ਉਹਨਾਂ ਨੇ ਸਾਹਮਣੇ ਮੇਜ਼ ਤੇ ਕੇਤਲੀ ਦੇ ਨਾਲ ਰੱਖ ਦਿੱਤੇ ਤੇ ਸਭ ਨੂੰ ਕਿਹਾ ਕਿ ਆਪੋ ਆਪਣੀ ਚਾਹ ਪਾਓ ਤੇ ਪੀ ਲਓ। ਜਦੋਂ ਸਭ ਨੇ ਚਾਹ ਦਾ ਪਿਆਲਾ ਭਰ ਲਿਆ ਤੇ ਪ੍ਰੋਫੈਸਰ ਸਾਹਿਬ ਨੇ ਬੋਲਣਾ ਸ਼ੁਰੂ ਕੀਤਾ। ਸਾਰੇ ਧਿਆਨ ਨਾਲ ਵੇਖੋ, ਮਹਿੰਗੇ ਤੇ ਸੋਹਣੇ ਦਿਸਣ ਵਾਲੇ ਪਿਆਲੇ ਤਾਂ ਵਰਤੇ ਗਏ ਹਨ, ਪਰ ਸਸਤੇ ਤੇ ਸਾਦੇ ਪਿਆਲੇ ਪਿੱਛੇ ਰਹਿ ਗਏ ਹਨ, ਉਹਨਾਂ ਨੂੰ ਕਿਸੇ ਨੇ ਚੁੱਕਿਆ ਹੀ ਨਹੀਂ ਹੈ। ਅੱਗੋਂ ਪ੍ਰੋਫੈਸਰ ਸਾਹਿਬ ਨੇ ਬੋਲਿਆ, ਇਹ ਠੀਕ ਹੈ ਕਿ ਤੁਸੀਂ ਸਾਰੇ ਆਪਣੇ ਲਈ ਸਭ ਤੋਂ ਵਧੀਆ ਚੀਜ਼ ਹੀ ਚਾਹੁੰਦੇ ਹੋ, ਪਰ ਇਹ ਚਾਹਤ ਹੀ ਤੁਹਾਡੇ ਤਣਾਅ ਤੇ ਹੋਰ ਸਮੱਸਿਆਵਾਂ ਦੀ ਜੜ ਹੈ। ਜਿਸ ਪਿਆਲੇ ਵਿੱਚੋਂ ਤੁਸੀਂ ਚਾਹ ਪੀ ਰਹੇ ਹੋ ਉਸ ਨਾਲ ਤੁਹਾਡੀ ਚਾਹ ਦੇ ਸਵਾਦ ਜਾਂ ਤਸੀਰ ਨੂੰ ਕੋਈ ਫਰਕ ਨਹੀਂ ਪੈਂਦਾ। ਵੱਧ ਤੋਂ ਵੱਧ ਇਹ ਤੁਹਾਡੇ ਲਈ ਇੱਕ ਕੀਮਤੀ ਸਜਾਵਟ ਦੀ ਚੀਜ਼ ਦਾ ਕੰਮ ਦਿੰਦੀ ਹੈ। ਅਸਲ ਵਿੱਚ ਤੁਹਾਨੂੰ ਜੋ ਚਾਹੀਦਾ ਸੀ ਉਹ ਤਾਂ ਚਾਹ ਹੀ ਸੀ, ਨਾ ਕਿ ਪਿਆਲਾ, ਪਰ ਤੁਸੀਂ ਫਿਰ ਵੀ ਜਾਣਬੁੱਝ ਕੇ ਵਧੀਆ ਪਿਆਲੇ ਚੁਣੇ ਤੇ ਫਿਰ ਤੁਸੀਂ ਇੱਕ ਦੂਜੇ ਦੇ ਪਿਆਲੇ ਵੇਖਣ ਲੱਗ ਪਏ, ਕਿਸ ਦਾ ਪਿਆਲਾ ਕਿੰਨਾ ਵਧੀਆ ਹੈ।
आओ हुण जरा सोचिए, इस सब कुछ ਦੇ ਵਿੱਚੋਂ ਕੀ मीनिंग निकल सकता है। ये जिंदगी गर्म चाह वर्गी है। ਤੁਹਾਡਾ ਕੰਮ, ਪੈਸਾ, ਸਮਾਜਿਕ ਰੁਤਬਾ ਪਿਆਲਿਆਂ ਵਰਗੇ ਹਨ। ਇਹ ਸਭ ਕੁਝ ਸਿਰਫ ਜ਼ਿੰਦਗੀ ਨੂੰ ਸਹਾਰਾ ਦੇਣ ਅਤੇ ਤੋਰਨ ਦੇ ਵਸੀਲੇ ਹਨ। ਤੁਹਾਡੇ ਕੋਲ ਕਿਹੜਾ ਪਿਆਲਾ ਹੈ, ਇਸ ਦਾ ਤੁਹਾਡੀ ਜ਼ਿੰਦਗੀ ਦੇ ਮਿਆਰ ਤੇ ਕੋਈ ਅਸਰ ਨਹੀਂ ਪੈਂਦਾ ਤੇ ਨਾ ਹੀ ਇਸ ਨਾਲ ਕੋਈ ਤਬਦੀਲੀ ਆਉਂਦੀ ਹੈ। ਕਈ ਵਾਰੀ ਸਿਰਫ ਪਿਆਲੇ ਉੱਤੇ ਹੀ ਸਾਰਾ ਧਿਆਨ ਦੇਣ ਕਰਕੇ ਅਸੀਂ ਉਸ ਚਾਹ ਦਾ ਸਵਾਦ ਮਾਣਨ ਤੋਂ ਵਾਂਝੇ ਰਹਿ ਜਾਂਦੇ ਹਾਂ ਜੋ ਸਾਨੂੰ ਰੱਬੀ ਦਾਤ ਵਜੋਂ ਮਿਲਦੀ ਹੈ। ਹਮੇਸ਼ਾ ਇਹ ਗੱਲ ਯਾਦ ਰੱਖੋ ਕਿ ਪਰਮਾਤਮਾ ਚਾਹ ਦੀ ਦਾਤ ਦਿੰਦਾ ਹੈ, ਪਿਆਲਾ ਨਹੀਂ ਚੁਣਦਾ। ਜ਼ਿੰਦਗੀ ਵਿੱਚ ਹਰ ਇਨਸਾਨ ਨੂੰ ਇੱਕੋ ਜਿਹੇ ਅਵਸਰ ਨਹੀਂ ਮਿਲਦੇ, ਇੱਕੋ ਜਿਹੀਆਂ ਦਾਤਾਂ ਨਹੀਂ ਮਿਲਦੀਆਂ। ਗੁਰਬਾਣੀ ਦੇ ਵਿੱਚ ਵੀ ਇਸ ਗੱਲ ਬਾਰੇ ਫਰਮਾਨ ਆਉਂਦਾ ਹੈ, ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲੰਗ ਨਿਵਾਰਾ, ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਨ ਪਰਾਰਾ, ਐਰਖ ਵਾਦ ਨਾ ਕੀਜੈ ਰੇ ਮਨ, ਸੁਕ੍ਰਿਤ ਕਰ ਕਰ ਲੀਜੈ ਰੇ ਮਨ। ਭਾਵ ਪਰਮਾਤਮਾ ਨੇ ਕਈ ਬੰਦਿਆਂ ਨੂੰ ਰੇਸ਼ਮ ਦੇ ਕੱਪੜੇ, ਪਾਟ ਪਟੰਬਰ ਪਾਉਣ ਨੂੰ ਦਿੱਤੇ ਹਨ ਤੇ ਨਿਵਾਰੀ ਪਲੰਗ ਸੌਣ ਨੂੰ ਦਿੱਤੇ ਹਨ, ਪਰ ਕਈ ਵਿਚਾਰਿਆਂ ਨੂੰ ਗਰੀ ਗੋਦਰੀ, ਗਲੀ ਹੋਈ ਜੁੱਲੀ ਭਾਵ ਪਾਟੇ ਹੋਏ ਕੱਪੜੇ ਉਹ ਵੀ ਨਹੀਂ ਮਿਲਦੇ। ਕਾਹੂ ਗਰੀ ਗੋਦਰੀ ਨਹੀਂ, ਗਲੀ ਹੋਈ ਗੋਦਰੀ ਕੱਪੜੇ, ਪਾਉਣ ਦੇ ਕੱਪੜੇ ਜੁੱਲੀ ਉਹ ਵੀ ਨਹੀਂ ਮਿਲਦੇ। ਕਾਹੂ ਖਾਨ ਪਰਾਰਾ, ਖਾਨ ਦਾ ਅਰਥ ਹੁੰਦਾ ਹੈ ਘਰ, ਸੌਣ ਦੀ ਥਾਂ। ਘਰਾਂ ਦੇ ਵਿੱਚ ਪਰਾਰਾ, ਪਰਾਲੀ, ਕਿ ਕਈ ਘਰਾਂ ਵਿੱਚ ਬਿਸਤਰੇ ਦੇ ਥਾਂ ਸਿਰਫ ਪਰਾਲੀ ਹੀ ਹੈ। ਉਹ ਇਤਨੇ ਗਰੀਬ ਹਨ ਕਿ ਉਹ ਆਪਣੇ ਵਾਸਤੇ ਚੱਜ ਦਾ ਬਿਸਤਰਾ ਵੀ ਨਹੀਂ ਅਰੇਂਜ ਕਰ ਸਕਦੇ, ਉਹ ਪਰਾਲੀ ਦੇ ਉੱਤੇ ਹੀ ਸੌਣ ਨੂੰ ਮਜਬੂਰ ਹੋ ਜਾਂਦੇ ਹਨ। ਪਰ ਹੇ ਮਨ, ਈਰਖਾ ਤੇ ਝਗੜਾ ਕਿਉਂ ਕਰਦਾ ਹੈ? ਐਰਖ ਦਾ ਅਰਥ ਹੈ ਈਰਖਾ, ਵਾਦ ਦਾ ਅਰਥ ਹੈ ਝਗੜਾ। ਐਰਖ ਵਾਦ ਨਾ ਕੀਜੈ ਰੇ ਮਨ, हे ਮਨ ਈਰਖਾ ਤੇ ਝਗੜਾ ਕਿਉਂ ਕਰਦਾ ਹੈ? ਕੀ ਕਰਨਾ ਚਾਹੀਦਾ ਹੈ? ਸੁਕ੍ਰਿਤ ਕਰ ਕਰ ਲੀਜੈ ਰੇ ਮਨ, ਨੇਕ ਕਮਾਈ ਕਰੀ ਜਾ। ਸੁਕ੍ਰਿਤ ਚੰਗੀ ਕਮਾਈ, ਨੇਕ ਕਮਾਈ ਕਰੀ ਜਾ ਤੇ ਤੂੰ ਵੀ ਇਹ ਸੁੱਖ ਹਾਸਲ ਕਰ ਲੈ। ਤਾਂ ਉਸ ਨੇਕ ਕਮਾਈ ਦੇ ਵਿੱਚੋਂ ਜੋ ਤੈਨੂੰ ਪ੍ਰਾਪਤੀ ਹੋਵੇ, ਉਸ ਦੇ ਨਾਲ ਜਿੰਨੇ ਵੀ ਜ਼ਰੂਰੀ ਸਾਧਨ ਹਨ ਉਹ ਤੂੰ ਹਾਸਲ ਕਰ ਸਕਦਾ ਹੈ। ਦੂਜਿਆਂ ਦੇ ਨਾਲ ਈਰਖਾ ਜਾਂ ਝਗੜਾ ਕਰਨ ਦੇ ਨਾਲ ਕੁਝ ਪ੍ਰਾਪਤੀ ਨਹੀਂ ਹੁੰਦੀ, ਮਿਹਨਤ ਦਾ ਫਲ ਜ਼ਰੂਰ ਮਿਲਦਾ ਹੈ। ਤਾਂ ਗੁਰਬਾਣੀ ਵੀ ਸਾਨੂੰ ਇਹ ਸੇਧ ਦਿੰਦੀ ਹੈ ਕਿ ਜੇ ਦੂਸਰੇ ਦੇ ਕੋਲ ਸਾਡੇ ਤੋਂ ਕੁਝ ਬਿਹਤਰ ਸਾਧਨ ਹੈ ਨੇ ਤਾਂ ਸਾਨੂੰ ਉਹਦੇ ਨਾਲ ਈਰਖਾ ਨਹੀਂ ਕਰਨੀ ਚਾਹੀਦੀ, ਝਗੜਾ ਨਹੀਂ ਪਾਉਣਾ ਚਾਹੀਦਾ, ਬਲਕਿ ਆਪ ਮਿਹਨਤ ਕਰਨ ਵਾਸਤੇ ਹੋਰ ਯਤਨ ਕਰਨਾ ਚਾਹੀਦਾ ਹੈ ਤੇ ਉਸ ਮਿਹਨਤ ਦਾ ਫਲ ਹਾਸਲ ਕਰਨਾ ਚਾਹੀਦਾ ਹੈ। ਦੁਨੀਆ ਵਿੱਚ ਸੁਖੀ ਉਹ ਲੋਕ ਨਹੀਂ ਹਨ ਜਿਨ੍ਹਾਂ ਕੋਲ ਸਭ ਕੁਝ ਵਧੀਆ ਤੋਂ ਵਧੀਆ ਹੈ। ਸੁਖੀ ਉਹ ਹਨ ਜਿਹੜੇ ਉਸ ਸਭ ਕੁਝ ਨੂੰ ਵਧੀਆ ਬਣਾ ਲੈਂਦੇ ਹਨ ਜੋ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਉਹ ਇਨਸਾਨ ਦੇ ਕੋਲ ਭਾਵੇਂ ਥੋੜਾ ਕੁਝ ਵੀ ਹੋਵੇ, ਪਰ ਜੇ ਉਹ ਉਹਦੇ ਵਿੱਚੋਂ ਹੀ ਉਹ ਤਸੱਲੀ ਕਰ ਲੈਂਦਾ ਹੈ ਤਾਂ ਉਹ ਸੁਖੀ ਜੀਵਨ ਜੀ ਸਕਦਾ ਹੈ। ਪਰ ਜੇ ਮਨ ਦੇ ਵਿੱਚ ਹੋਰ ਤੇ ਹੋਰ ਹਾਸਲ ਕਰਨ ਦੀ ਹੀ ਭਾਵਨਾ ਹੋਵੇ ਤਾਂ ਬਹੁਤ ਕੁਝ ਹੋਣ ਦੇ ਬਾਵਜੂਦ ਵੀ ਬੰਦਾ ਬੇਚੈਨ ਤੇ ਦੁਖੀ ਰਹਿ ਸਕਦਾ ਹੈ। ਸੋ ਇਸ ਲਈ ਸਾਦਾ ਜੀਵਨ ਜੀਓ, ਪਿਆਰ ਵੰਡੋ, ਮਿੱਠਾ ਬੋਲੋ, ਖੁਸ਼ੀਆਂ ਮਾਣੋ ਤੇ ਖੁਸ਼ੀਆਂ ਵੰਡੋ। ਇਹੀ ਸੁਨੇਹਾ ਹੈ ਇਸ ਕਹਾਣੀ ਦਾ। ਬਾਕੀ ਸਭ ਕੁਝ ਪਰਮਾਤਮਾ ਤੇ ਛੱਡ ਦਿਓ ਤੇ ਯਾਦ ਰੱਖੋ ਕਿ ਸਭ ਤੋਂ ਵੱਧ ਅਮੀਰ ਉਹ ਨਹੀਂ ਹੈ ਜਿਸ ਕੋਲ ਸਭ ਤੋਂ ਵੱਧ ਹੈ,
ਬਲਕਿ ਅਸਲ ਅਮੀਰ ਉਹ ਹੈ ਜਿਸ ਨੂੰ ਸਭ ਤੋਂ ਘੱਟ ਦੀ ਚਾਹਤ ਹੈ। ਆਪੋ ਆਪਣੀ ਗਰਮ ਚਾਹ ਦਾ ਆਨੰਦ ਮਾਣੋ ਤੇ ਖੁਸ਼ ਰਹੋ। ਸੋ ਇਸ ਤੋਂ ਪਹਿਲਾਂ ਕਿ ਅਗਲੀ ਕਹਾਣੀ ਦੀ ਸ਼ੁਰੂਆਤ ਕੀਤੀ ਜਾਵੇ, तो मैं ये चाहूँगा कि भाई इस कहानी ਦੇ ਨਾਲ ਸੰਬੰਧਿਤ ਸੰਗਤ ਵਿੱਚੋਂ ਅਗਰ ਕਿਸੇ ਦਾ ਕੋਈ ਕਮੈਂਟ ਜਾਂ ਕੋਈ ਸਵਾਲ ਜਾਂ ਕੋਈ ਡਿਸਕਸ਼ਨ ਕਰਨੀ ਚਾਹੇ ਤਾਂ ਉਹ 2-4 ਮਿੰਟ ਅਸੀਂ ਪਹਿਲਾਂ ਇਹ ਇਸ ਕਹਾਣੀ ਦੇ ਨਾਲ ਹੀ ਉਹ ਡਿਸਕਸ ਕਰ ਲਈਏ। ਉਸ ਤੋਂ ਬਾਅਦ ਫਿਰ ਦੂਸਰੀ ਕਹਾਣੀ ਆਰੰਭ ਕਰਾਂਗੇ ਜਿਸ ਦਾ ਸਿਰਲੇਖ ਹੈ ਕਾਫੀ। ਸੋ ਸੰਗਤ ਨੂੰ ਇਨਵੀਟੇਸ਼ਨ ਹੈ ਕਿ ਇਸ ਕਹਾਣੀ ਦੇ ਵਿੱਚੋਂ ਜੋ ਮੈਸੇਜ ਮਿਲਿਆ ਹੈ ਕਿ ਉਹ ਗੁਰਮਤਿ ਦੇ ਅਸੂਲਾਂ ਦੇ ਨਾਲ ਮੇਲ ਖਾਂਦਾ ਹੈ ਜਾਂ ਇਸ ਮੈਸੇਜ ਨੂੰ ਅਸੀਂ ਜ਼ਿੰਦਗੀ 'ਚ ਅਪਣਾ ਕੇ ਕੀ ਹਾਸਲ ਕਰ ਸਕਦੇ ਹਾਂ। ਆਪ ਜੀ ਦੇ ਇਸ ਬਾਰੇ ਕੀ ਕਮੈਂਟਸ ਹਨ? ਕੋਈ ਆਪਣੇ ਵਿਚਾਰ ਅਗਰ ਸ਼ੇਅਰ ਕਰਨੇ ਚਾਹੁੰਦਾ ਹੋਵੇ ਤਾਂ ਜ਼ਰੂਰ ਪਲੀਜ਼ ਹੈਂਡ ਰੇਜ਼ ਕਰ ਲਓ ਤੇ ਆਪਣੇ ਆਪ ਨੂੰ ਅਨਮਿਊਟ ਕਰ ਲਓ। ਜੇ ਕੋਈ ਰਿਸਪੌਂਸ ਨਹੀਂ ਆ ਰਹੀ ਹੈ ਤੇ ਫਿਰ ਅਗਲੀ ਕਹਾਣੀ ਵੱਲ ਵਧਾਂਗੇ। ਹਾਂਜੀ, ठीक है। सो नेक्स्ट दूसरी कहानी है कॉफ़ी। ਚੈਟ 'ਚ ਇੱਕ ਮੈਸੇਜ ਆਇਆ ਕਿ ਇਹਦੇ 'ਚ ਸਹਿਜ ਦਾ ਸੁਨੇਹਾ ਮਿਲਦਾ ਹੈ। ਖੈਰ ਚਲੋ ਹੁਣ ਆਪਾਂ ਕਾਫੀ ਦੀ ਗੱਲ ਕਰਦੇ ਹਾਂ ਚਾਹ ਤੋਂ ਬਾਅਦ। ਇਸ ਕਹਾਣੀ ਦੇ 3 ਪਾਤਰ ਹਨ: ਗਾਜਰ, ਅੰਡੇ ਤੇ ਕਾਫੀ ਦੇ ਦਾਣੇ। ਪਾਣੀ ਦੇ ਭਰੇ 3 ਭਾਂਡੇ ਅੱਗ ਦੇ ਉੱਪਰ ਰੱਖੋ। ਪਹਿਲੇ ਭਾਂਡੇ ਵਿੱਚ ਥੋੜੀਆਂ ਗਾਜਰਾਂ ਪਾ ਦਿਓ। ਦੂਸਰੇ ਭਾਂਡੇ ਵਿੱਚ ਥੋੜੇ ਅੰਡੇ ਪਾ ਦਿਓ। ਤੀਸਰੇ ਭਾਂਡੇ ਵਿੱਚ ਕੁਝ ਪੀਸੇ ਹੋਏ ਕਾਫੀ ਦੇ ਦਾਣੇ ਪਾ ਦਿਓ। ਤਿੰਨੋਂ ਭਾਂਡਿਆਂ ਦਾ ਪਾਣੀ 15 ਮਿੰਟਾਂ ਲਈ ਉਬਲਣ ਦਿਓ। ਫਿਰ ਤਿੰਨਾਂ ਭਾਂਡਿਆਂ ਵਿੱਚ ਜੋ ਪਾਇਆ ਗਿਆ ਸੀ ਬਾਹਰ ਕੱਢ ਲਓ। ਗਾਜਰਾਂ ਉਬਲਣ ਤੋਂ ਪਹਿਲਾਂ ਸਖਤ ਸਨ, ਹੁਣ ਨਰਮ ਹਨ। ਅੰਡੇ ਉਬਲਣ ਤੋਂ ਪਹਿਲਾਂ ਨਰਮ ਸਨ, ਹੁਣ ਅੰਦਰੋਂ ਸਖਤ ਹੋ ਗਏ ਹਨ। ਕਾਫੀ ਦਾ ਪਾਊਡਰ ਨਜ਼ਰ ਨਹੀਂ ਆ ਰਿਹਾ, ਪਰ ਪਾਣੀ ਦਾ ਰੰਗ ਕਾਫੀ ਵਰਗਾ ਹੋ ਗਿਆ ਹੈ ਤੇ ਉਸ ਵਿੱਚੋਂ ਕਾਫੀ ਦੀ ਸੁਗੰਧ ਆ ਰਹੀ ਹੈ। ਆਓ ਹੁਣ ਜੀਵਨ ਬਾਰੇ ਸੋਚੀਏ। ਜੀਵਨ ਹਮੇਸ਼ਾ ਆਸਾਨ ਨਹੀਂ ਹੁੰਦਾ। ਜੀਵਨ ਹਮੇਸ਼ਾ ਆਰਾਮਦਾਇਕ ਨਹੀਂ ਹੁੰਦਾ। ਕਈ ਵਾਰ ਜੀਵਨ ਬਹੁਤ ਔਖਾ ਹੁੰਦਾ ਹੈ। ਹਮੇਸ਼ਾ ਜ਼ਿੰਦਗੀ ਵਿੱਚ ਉਹ ਕੁਝ ਨਹੀਂ ਹੁੰਦਾ ਜੋ ਅਸੀਂ ਚਾਹੁੰਦੇ ਹਾਂ। ਲੋਕ ਸਾਡੇ ਨਾਲ ਉਵੇਂ ਨਹੀਂ ਵਰਤਦੇ ਜਿਵੇਂ ਅਸੀਂ ਉਮੀਦ ਕਰਦੇ ਹਾਂ। ਇਹ ਹਰ ਵਕਤ ਹਰ ਕੰਮ ਦਾ ਉਹ ਨਤੀਜਾ ਵੀ ਨਹੀਂ ਮਿਲਦਾ ਜੋ ਅਸੀਂ ਸੋਚਦੇ ਹਾਂ। ਕਈ ਵਾਰ ਅਸੀਂ ਬਹੁਤ ਮਿਹਨਤ ਕਰਦੇ ਹਾਂ ਪਰ ਨਤੀਜਾ ਤਸੱਲੀ ਬਖਸ਼ ਨਹੀਂ ਨਿਕਲਦਾ। ਆਓ ਹੁਣ ਇਹਨਾਂ ਭਾਂਡਿਆਂ ਦੀ ਗੱਲ ਕਰੀਏ। ਉਬਲਦਾ ਪਾਣੀ ਜੀਵਨ ਦੀਆਂ ਮੁਸ਼ਕਲਾਂ ਵਾਂਗ ਹੈ। ਅਸੀਂ ਗਾਜਰਾਂ ਐਕਸਕਿਊਜ਼ ਮੀ ਅਸੀਂ ਗਾਜਰਾਂ ਵਰਗੇ ਬਣ ਸਕਦੇ ਹਾਂ ਤੇ ਅਸੀਂ ਮੁਸ਼ਕਲਾਂ ਵਿੱਚ ਪੈਣ ਤੋਂ ਪਹਿਲਾਂ ਤਕੜੇ ਹੋਈਏ ਤੇ ਜਦੋਂ ਮੁਸ਼ਕਲ ਦਾ ਸਾਹਮਣਾ ਕਰਨਾ ਪਵੇ ਤੇ ਅਸੀਂ ਢਿੱਲੇ ਤੇ ਕਮਜ਼ੋਰ ਪੈ ਜਾਈਏ। ਅਸੀਂ ਥੱਕ ਟੁੱਟ ਜਾਈਏ, ਬੇਉਮੀਦ ਹੋ ਜਾਈਏ, ਹਿੰਮਤ ਹਾਰ ਜਾਈਏ, ਸਾਡੇ ਅੰਦਰ ਹੱਕ ਲਈ ਲੜਨ ਦੀ ਜੁਰਤ ਹੀ ਖਤਮ ਹੋ ਜਾਵੇ। ਕੀ ਅਸੀਂ ਇਹੋ ਜਿਹਾ ਬਣਨਾ ਚਾਹਾਂਗੇ? ਬੇਸ਼ੱਕ ਗਾਜਰਾਂ ਵਰਗੇ ਤਾਂ ਅਸੀਂ ਨਹੀਂ ਬਣਨਾ। ਅਸੀਂ ਅੰਡਿਆਂ ਵਰਗੇ ਵੀ ਬਣ ਸਕਦੇ ਹਾਂ।
ਪਹਿਲੋਂ ਸਾਡਾ ਹਿਰਦਾ ਨਰਮ ਤੇ ਸੰਵੇਦਨਾ ਭਰਪੂਰ ਹੋਵੇ, ਪਿਆਰ ਨਾਲ ਭਰਿਆ ਹੋਵੇ। ਪਰ ਜਦੋਂ ਮੁਸ਼ਕਲ ਜੀਵਨ ਵਿੱਚ ਆ ਜਾਣ ਤੇ ਅਸੀਂ ਪੱਥਰ ਦਿਲ ਤੇ ਸੰਵੇਦਨਾ ਰਹਿਤ ਹੋ ਜਾਈਏ। ਫਿਰ ਦੂਜਿਆਂ ਦੇ ਪ੍ਰਤੀ ਸਾਡੇ ਮਨ ਦੇ ਵਿੱਚ ਕੋਈ ਪਿਆਰ ਦੀ, ਕੋਈ ਦਇਆ ਦੀ ਭਾਵਨਾ ਹੀ ਖਤਮ ਹੋ ਜਾਵੇ। ਅਸੀਂ ਦੂਜਿਆਂ ਨੂੰ ਨਫ਼ਰਤ ਕਰਨ ਲੱਗ ਜਾਈਏ, ਆਪਣੇ ਆਪ ਤੋਂ ਔਖੇ ਹੋ ਜਾਈਏ। ਸਾਡੇ ਅੰਦਰੋਂ ਤਰਸ ਦੀ ਭਾਵਨਾ ਖਤਮ ਹੋ ਜਾਏ ਤੇ ਬਚ ਜਾਏ ਸਿਰਫ ਕੁੜੱਤਣ। ਐਸੇ ਤਾਂ ਨਾ ਬਣੀਏ ਅਸੀਂ, ਆਂਡਿਆਂ ਵਰਗੇ ਵੀ ਅਸੀਂ ਨਾ ਬਣੀਏ। ਅਸੀਂ ਫਿਰ ਕਾਫੀ ਦੇ ਦਾਣਿਆਂ ਵਰਗੇ ਵੀ ਤਾਂ ਬਣ ਸਕਦੇ ਹਾਂ। ਪਾਣੀ ਕਾਫੀ ਦੇ ਪਾਊਡਰ ਨੂੰ ਨਹੀਂ ਬਦਲਦਾ, ਕਾਫੀ ਦਾ ਪਾਊਡਰ ਪਾਣੀ ਨੂੰ ਬਦਲ ਦਿੰਦਾ ਹੈ। ਪਾਣੀ ਦੀ ਤਾਸੀਰ ਕਾਫੀ ਪਾਊਡਰ ਦੀ ਵਜ੍ਹਾ ਦੇ ਨਾਲ ਬਦਲ ਜਾਂਦੀ ਹੈ। ਵੇਖੋ, ਸੁੰਘੋ ਤੇ ਪੀਓ। ਜਿਤਨਾ ਗਰਮ ਪਾਣੀ ਉਤਨਾ ਹੀ ਬਿਹਤਰ ਸਵਾਦ। ਨਿਸ਼ਚਿਤ ਤੌਰ ਤੇ ਸਾਨੂੰ ਕਾਫੀ ਦੇ ਦਾਣਿਆਂ ਵਰਗਾ ਹੀ ਬਣਨਾ ਚਾਹੀਦਾ ਹੈ। ਅਸੀਂ ਆਪਣੇ ਜੀਵਨ ਵਿੱਚ ਆਈਆਂ ਮੁਸ਼ਕਲਾਂ ਵਿੱਚੋਂ ਕੁਝ ਚੰਗਾ ਲੱਭਾਂਗੇ, ਕੁਝ ਨਵਾਂ ਸਿੱਖਾਂਗੇ। ਤੋ ਇਹ ਜੋ ਤਿੰਨੋਂ ਚੀਜ਼ਾਂ ਗਰਮ ਪਾਣੀ ਦੇ ਵਿੱਚ ਪੈ ਕੇ ਜਿਸ ਤਰੀਕੇ ਦੇ ਨਾਲ ਆਪਣੇ ਗੁਣ ਬਦਲਦੀਆਂ ਨੇ, ਆਪਣਾ ਤਾਸੀਰ ਬਦਲ ਲੈਂਦੀਆਂ ਨੇ। ਗਾਜਰ ਵਰਗੇ ਨਾ ਅਸੀਂ ਬਣੀਏ, ਅੰਡਿਆਂ ਵਰਗੇ ਅਸੀਂ ਨਾ ਬਣੀਏ। ਅਸੀਂ ਕਾਫੀ ਦੇ ਦਾਣਿਆਂ ਵਾਂਗ ਬਣੀਏ, ਜਿਹੜਾ ਉਹਨਾਂ ਮੁਸ਼ਕਲਾਂ ਨੂੰ ਹੀ ਇਸ ਤਰੀਕੇ ਦੇ ਨਾਲ ਸਿੱਝ ਲਵੇ ਕਿ ਉਹਨਾਂ ਮੁਸ਼ਕਲਾਂ ਵਿੱਚੋਂ ਵੀ ਕੁਝ ਚੰਗਾ ਲੱਭ ਪਵੇ, ਕੁਝ ਨਵਾਂ ਸਿੱਖਣ ਨੂੰ ਮਿਲ ਜਾਵੇ। ਇਸ ਤਰੀਕੇ ਦੇ ਨਾਲ ਅਸੀਂ ਆਪਣੇ ਆਲੇ ਦੁਆਲੇ ਇੱਕ ਬਿਹਤਰ ਦੁਨੀਆ ਦੀ ਸਿਰਜਣਾ ਕਰਦੇ ਹਾਂ। ਕਾਮਯਾਬੀ ਹਾਸਲ ਕਰਨ ਲਈ ਸਾਨੂੰ ਲਗਾਤਾਰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਸਾਨੂੰ ਆਪਣੇ ਨਿਸ਼ਾਨੇ ਤੇ ਭਰੋਸਾ ਰੱਖਣਾ ਚਾਹੀਦਾ ਹੈ। ਸਾਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ। ਸਾਨੂੰ ਦ੍ਰਿੜਤਾ ਦੇ ਨਾਲ ਜੁਟੇ ਰਹਿਣਾ ਚਾਹੀਦਾ ਹੈ। ਮੁਸ਼ਕਲਾਂ ਸਾਨੂੰ ਮੌਕਾ ਦਿੰਦੀਆਂ ਹਨ ਕਿ ਅਸੀਂ ਵਧੇਰੇ ਤਾਕਤਵਰ ਤੇ ਮਜ਼ਬੂਤ ਬਣੀਏ। ਗੁਰਬਾਣੀ ਦੀ ਇਸ ਪੰਕਤੀ ਤੋਂ ਵੀ ਅਸੀਂ ਸੇਧ ਲੈ ਸਕਦੇ ਹਾਂ ਕਿ ਜੇ ਸੁਖ ਦੇਹ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ। ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈ। तो डेफिनेटली जो इस कहानी के अंदर गाजरा और अंडिया का किरदार है ਉਹਨੂੰ ਨਾ ਅਪਣਾ ਕੇ ਜੇ ਅਸੀਂ ਕਾਫੀ ਦੇ ਦਾਣਿਆਂ ਦਾ ਕਿਰਦਾਰ ਨੂੰ ਫਾਲੋ ਕਰਨ ਦੀ ਕੋਸ਼ਿਸ਼ ਕਰੀਏ ਔਰ ਇਸ ਪੰਕਤੀ ਦੀ ਸੇਧ ਨੂੰ ਜੀਵਨ ਦੇ ਵਿੱਚ ਅਪਣਾ ਲਈਏ ਤਾਂ ਜੀਵਨ ਅੱਗੇ ਨਾਲੋਂ ਵੀ ਬਿਹਤਰ ਹੋ ਸਕਦਾ ਹੈ। ਤਾਂ ਆਓ ਅੱਜ ਫੈਸਲਾ ਕਰ ਲਈਏ ਕਿ ਮੁਸ਼ਕਲਾਂ ਆਉਣ ਤਾਂ ਅਸੀਂ ਕਿਹੋ ਜਿਹੇ ਬਣਨਾ ਹੈ, ਗਾਜਰਾਂ ਜਾਂ ਅੰਡੇ ਜਾਂ ਕਾਫੀ ਦੇ ਦਾਣੇ। ਯਕੀਨਨ ਕਾਫੀ ਦੇ ਦਾਣੇ ਹੀ ਸਾਨੂੰ ਬਣਨਾ ਚਾਹੀਦਾ ਹੈ। तो इस कहानी के बारे में अगर जो कोई अपने विचार, अपने कमेंट देना चाहे तो यही मौका है कि इस वे आप अपनी गल संगत नाल साझी कर सकते हो। हाँ जी, इन्हों की आईडी है सरबजीत आईफोन। हाँ जी, वाहिगुरू जी का खालसा वाहिगुरू जी की फतेह जी। मैं हुणे जॉइन कीता ते तुहाडी आ वाली सुनी है मैं स्टोरी गाजरां, अंडे और काफ़ी वाली बहुत वधिया और जिस तरीके नाल तुसीं डिपिक्ट कीता है, ਇਹ ਤੇ ਗੱਲ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਮਝ ਆ ਜਾਂਦੀ ਹੈ। ਸੋ ਬਹੁਤ ਸੋਹਣੇ ਤਰੀਕੇ ਨਾਲ ਤੁਸੀਂ ਪ੍ਰੈਜੈਂਟੇਸ਼ਨ ਨਾਲ ਬੜੇ ਸਰਲ ਤਰੀਕੇ ਦੇ ਨਾਲ ਜ਼ਿੰਦਗੀ ਦਾ ਮੈਸੇਜ ਦਿੱਤਾ ਹੈ ਤੇ ਨਾਲ ਗੁਰਬਾਣੀ ਦੀ ਜੋ ਤੁਕੀ ਜੋੜੀ ਹੈ, ਬਹੁਤ-ਬਹੁਤ ਧੰਨਵਾਦ। ਤੇ ਇਹਦੇ ਕੋਈ ਪਾਵਰ ਪੁਆਇੰਟ ਸੰਗਤਾਂ ਨਾਲ ਵੀ ਆਪ ਸ਼ੇਅਰ ਕਰਦੇ ਹੋ ਜਾਂ ਤੁਹਾਡੇ ਲਾਈਕ ਪਰਸਨਲੀ ਹੈਗਾ ਹੈ? कुछ भी पर्सनल नहीं है जी। पहली गल तो यह है कि बई ਇਹਦੇ ਚੋਂ ਜਿਹੜਾ 90% ਮਟੀਰੀਅਲ ਹੈ ਉਹ ਤੇ ਨੈਟ ਤੋਂ ਹੀ ਲਿੱਤਾ ਹੋਇਆ ਹੈ। ਅੱਛਾ 10% ਜੀ। ਕੰਟਰੀਬਿਊਸ਼ਨ ਮੇਰੀ ਆਪਣੀ ਹੋਏਗੀ। ਜੋ ਮੇਰੀ ਕੰਟਰੀਬਿਊਸ਼ਨ ਬੇਸਿਕਲੀ ਅੰਗਰੇਜ਼ੀ ਤੋਂ ਪੰਜਾਬੀ ਕਰਨ ਦੀ ਹੈ।
ਤੇ ਜਾਂ ਗੁਰਬਾਣੀ ਦੀ ਤੁਕ ਐਡ ਕਰਨ ਦੀ ਹੈ, ਇਸ ਤੋਂ ਬਾਅਦ ਮੈਂ ਹੋਰ ਕੁਝ ਨਹੀਂ ਕੀਤਾ। ਤੇ ਸੰਗਤ ਵਿੱਚ ਸ਼ੇਅਰ ਕਰਨ ਦੇ ਵਿੱਚ ਵੀ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਇਹ ਜੇ ਆਪ ਜੀ ਕਹੋਗੇ ਤੇ ਇਸ ਪ੍ਰੈਜੈਂਟੇਸ਼ਨ ਨੂੰ ਅਸੀਂ ਵੈਸੇ ਤਾਂ YouTube ਤੇ ਲੋਡ ਕਰਨਾ ਹੀ ਹੈ ਤੇ ਗਰੁੱਪ ਦੇ ਠੀਕ ਹੈ ਵਿੱਚ ਜੀ, ਵੀ ਇਹਦਾ ਲਿੰਕ ਸ਼ੇਅਰ ਕਰ ਦਿਆਂਗੇ। ਬਹੁਤ ਸੋਹਣਾ, ਰੀਅਲੀ ਲਾਈਕ ਇਟ। ਇਹ ਥੈਂਕ ਯੂ ਸਾਰਿਆਂ ਜੀ। ਵਾਸਤੇ ਗੁੱਡ ਮੈਸੇਜ। ਥੈਂਕ ਯੂ ਜੀ, ਹਾਂਜੀ, ਥੈਂਕ ਯੂ ਸੋ ਮਚ। ਪਰਵਿੰਦਰ ਸਿੰਘ ਜੀ ਕੁਝ ਕਹਿਣਾ ਚਾਹ ਰਹੇ? ਸਰ ਇੱਕ ਚੀਜ਼ ਆਈ ਸੀ, ਤੁਸੀਂ ਇੱਕ ਵਰਡ ਯੂਜ਼ ਕੀਤੇ ਸੀਗੇ ਕਿ ਕਈ ਵਾਰੀ ਅਸੀਂ ਮਿਹਨਤ ਬਹੁਤ ਕਰਦੇ ਹੈਗੇ ਆ ਬਟ ਰਿਜ਼ਲਟ ਨਹੀਂ ਆਉਂਦਾ ਹੈਗਾ। ਠੀਕ। ਮੇਰਾ ਐਕਸਪੀਰੀਅੰਸ ਇਹ ਰਿਹਾ ਹੈਗਾ ਕਿ ਰਿਜ਼ਲਟ ਤੇ ਆਉਂਦਾ ਹੈਗਾ, ਹੋ ਸਕਦਾ ਸਾਡੇ ਜੋ ਜਿਸ ਤਰ੍ਹਾਂ ਅਸੀਂ ਚਾਹੁੰਦੇ ਆ ਉਸ ਤਰ੍ਹਾਂ ਨਹੀਂ ਆ ਰਿਹਾ ਹੈਗਾ, ਬਟ ਬਿਲਕੁਲ ਉਹਨੂੰ ਠੀਕ ਜਿਸ ਗੱਲ। ਵਾਰ ਲੌਂਗ ਟਰਮ ਵਿੱਚ ਦੇਖਾਂਗੇ ਨਾ ਤੇ ਉਹ ਰਿਜ਼ਲਟ ਮੇਰੇ ਖਿਆਲ ਸਾਡੇ ਚਾਹਣ ਵਾਲੇ ਰਿਜ਼ਲਟ ਤੋਂ ਬੈਟਰ ਹੋਏਗਾ ਉਹ ਚੀਜ਼ ਐਕਚੁਅਲੀ। ਬਿਲਕੁਲ ਠੀਕ ਗੱਲ ਹੈ। ਕਿਉਂਕਿ ਮੇਰੀ ਜ਼ਿੰਦਗੀ ਦਾ ਐਕਸਪੀਰੀਅੰਸ ਥੋੜਾ ਬਹੁਤ ਰਿਹਾ ਹੈਗਾ ਕਿ ਮਿਹਨਤ ਕੀਤੀ ਹੋਈ ਕਦੀ ਬੇਕਾਰ ਨਹੀਂ ਜਾਂਦੀ ਹੈਗੀ। ਬਿਲਕੁਲ ਠੀਕ ਹੈ। ਇਹ ਤਾਂ ਗੁਰਬਾਣੀ ਵੀ ਸਾਨੂੰ ਕਹਿੰਦੀ ਹੈ ਕਿ ਇੱਕ ਤਿਲ ਨਹੀਂ ਭੰਨੇ ਕਾਲੇ। ਪਰਮਾਤਮਾ ਕਿਸੇ ਦੀ ਘਾਲ ਨੂੰ ਅਜਾਈ ਨਹੀਂ ਜਾਣ ਦਿੰਦਾ, ਉਹਦੀ ਘਾਲਨਾ ਦਾ ਉਹਨੂੰ ਰਿਜ਼ਲਟ ਮਿਲਦਾ ਹੀ ਮਿਲਦਾ ਹੈ। ਪ੍ਰੋਬਲਮ ਉੱਥੇ ਆਉਂਦੀ ਹੈ ਕਿ ਅਸੀਂ ਜਿੰਨੀ ਘਾਲਨਾ ਕਰਦੇ ਹਾਂ, ਜਿਹੜੀ ਮਿਹਨਤ ਕਰਦੇ ਹਾਂ, ਸਾਡੀਆਂ ਆਪਣੀਆਂ ਐਕਸਪੈਕਟੇਸ਼ਨ ਉਸ ਤੋਂ ਕਿਤੇ ਜ਼ਿਆਦਾ ਹੁੰਦੀਆਂ ਨੇ ਤੇ ਇਸ ਕਰਕੇ ਸਾਨੂੰ ਤਸੱਲੀ ਨਹੀਂ ਹੁੰਦੀ ਤੇ ਸਾਨੂੰ ਇਹ ਲੱਗਦਾ ਕਿ ਸਾਡੀ ਮਿਹਨਤ ਦਾ ਫਲ ਨਹੀਂ ਮਿਲਿਆ। ਬਿਲਕੁਲ ਠੀਕ ਹੈ ਸਰ, ਬਿਲਕੁਲ ਠੀਕ ਹੈ। ਹਾਂਜੀ ਵੀਰ ਜੀ, ਸਵਾਲ ਜਵਾਬ ਬਾਅਦ ਚ ਨਾ ਲੈ ਲਈਏ, ਬੈਟਰ ਹੈ ਪੂਰੀ ਕਹਾਣੀਆਂ ਤੋਂ ਬਾਅਦ, ਕਿ ਨਾਲ ਹੀ ਕਰਨਾ ਚਾਹੁੰਦੇ ਅਸੀਂ ਨਹੀਂ, ਉਹ ਇਸ ਤਰ੍ਹਾਂ ਹੈ ਨਾ ਕਿ ਕਹਾਣੀ ਦੇ ਨਾਲ ਮੈਂ ਸੋਚਿਆ ਜੇ ਹੋ ਜਾਂਦਾ, ਨਹੀਂ ਤਾਂ ਬਾਅਦ ਵਿੱਚ ਹੁੰਦਾ ਕੀ ਹੈ ਕਿ ਆਖਰੀ ਵਾਲੀ ਯਾਦ ਰਹਿ ਜਾਂਦੀ ਹੈ, ਪਹਿਲੀਆਂ ਭੁੱਲ ਜਾਂਦੀਆਂ ਨੇ, ਤੇ ਇਸ ਕਰਕੇ ਮੈਂ ਇਹ ਟਰਾਈ ਕੀਤੀ ਅੱਜ ਪਹਿਲੀ। ਐਨੀਵੇ, तो नेक्स्ट ਇੱਕੋ ਹੀ ਸਟੋਰੀ ਬਾਕੀ ਹੋਰ ਹੈ। ਅੱਜ ਅਸੀਂ ਸਿਰਫ 3 ਸਟੋਰੀਜ਼ ਕਰਨ ਲੱਗੇ ਹਾਂ। तो डॉक्टर सुरिंदर सिंह जी ने कुछ हैंड रेज किया ਸੀਗਾ, ਜੇ ਕੁਝ ਕਹਿਣਾ ਚਾਹੁੰਦੇ ਨੇ ਤੇ ਕਰ ਲਓ, ਨਹੀਂ ਤਾਂ ਫਿਰ ਤੀਸਰੀ ਕਹਾਣੀ ਸ਼ੁਰੂ ਕਰਦੇ ਹਾਂ। ठीक है जी। नेक्स्ट है तीसरी कहानी, बिस्कुट के पैकेट की कहानी। तो चाह और कॉफ़ी हो गई, इस तो बाद हम बिस्कुट की गल भी कर ली है। एक नौजवान लड़की हवाई अड्डे के वेटिंग रूम में अपनी उड़ान की उड़ीक विच बैठी सी, क्योंकि अजे फ्लाइट उड़न में काफ़ी समा रहिंदा सी। उसने वक्त गुजारन लई एक किताब खरीदी ते नाल ही एक बिस्कुटां दा पैकेट भी खरीदिया। आराम नाल पढ़न दी नीयत नाल वो हवाई अड्डे के VIP कमरे विच एक कुर्सी ते बैठ गई। कुछ चिर मगरों उसने वेख्या कि उसकी कुर्सी के नाल जिथे बिस्कुटां दा पैकेट पिया सी, उसके नाल वाली सीट ते एक आदमी बैठ गया ते एक रसाला खोल के पढ़न लग पिया। जदों उसने पहला बिस्कुट चुकया तो उस आदमी ने भी एक बिस्कुट ले लिया। उस लड़की नूं माड़ा लग्या पर उसने कुछ आख्या नहीं। उसने सोचा जे मैं लड़ाई के मूड च हुंदी तां इहदा मूंह भंन दिंदी। जदों जदों वो बिस्कुट चुकदी, वो आदमी भी एक बिस्कुट ले लैंदा। उस लड़की नूं गुस्सा तो बहुत आ रहा सी, पर वो कोई तमाशा नहीं खड़ा करना चाहती सी। फिर जदों सिर्फ एक बिस्कुट रह गया तो वो सोचन लगी, देखते हाँ हुण ये दुष्ट की करता है। तदों ही उस आदमी ने वो आखिरी बिस्कुट चुकया, 2 टोटे कीते ते अद्धा उस लड़की नूं दे दिता। उफ, ये तो हद ही हो गई। उस लड़की नूं बहुत गुस्सा आया ते उसने अपनी किताब ते होर समान चुकया ते जहाज चढ़न लई तुर पई। जदों हवाई जहाज के अंदर अपनी सीट ते बैठ के उसने अपना हैंडबैग खोलिया तो उसकी हैरानी की हद ना रही कि उसका अपना बिस्कुटां का पैकेट ज्यों का त्यों उसके हैंडबैग के विच ही पिया सी। फिर उसको याद आया कि उसने आप ही तो वो पैकेट पर्स विच पाया सी, पर भुल गई।
ਉਹ ਆਦਮੀ ਆਪਣੇ ਬਿਸਕੁਟ ਉਸ ਨਾਲ ਵੰਡਦਾ ਰਿਹਾ ਤੇ ਉਸਨੇ ਜ਼ਰਾ ਵੀ ਬੁਰਾ ਨਹੀਂ ਮਹਿਸੂਸ ਕੀਤਾ। ਜਦੋਂ ਕਿ ਉਹ ਆਪ ਬਹੁਤ ਗੁੱਸਾ ਕਰਦੀ ਰਹੀ ਤੇ ਸੋਚਦੀ ਰਹੀ ਕਿ ਬਿਸਕੁਟ ਉਸਦੇ ਆਪਣੇ ਸਨ। ਹੁਣ ਉਹ ਬਹੁਤ ਸ਼ਰਮਿੰਦਗੀ ਮਹਿਸੂਸ ਕਰ ਰਹੀ ਸੀ, ਪਰ ਹੁਣ ਕੁਝ ਹੋ ਨਹੀਂ ਸੀ ਸਕਦਾ। ਉਹ ਮਾਫੀ ਮੰਗਣ ਜੋਗੀ ਵੀ ਨਹੀਂ ਸੀ। ਚਾਰ ਚੀਜ਼ਾਂ ਕਦੇ ਮੁੜ ਕੇ ਨਹੀਂ ਮਿਲਦੀਆਂ। ਉਹ ਪੱਥਰ ਜੋ ਪਾਣੀ ਵਿੱਚ ਸੁੱਟਿਆ ਗਿਆ ਹੈ, ਉਹ ਬੋਲ ਜੋ ਬੋਲਿਆ ਗਿਆ ਹੈ, ਉਹ ਮੌਕਾ ਜੋ ਗਵਾਇਆ ਜਾ ਚੁੱਕਾ ਹੈ, ਉਹ ਵਕਤ ਜੋ ਗੁਜ਼ਰ ਗਿਆ ਹੈ। ਇਸ ਲਈ ਪਹਿਲਾਂ ਚੰਗੀ ਤਰ੍ਹਾਂ ਸੋਚੋ, ਵਿਚਾਰੋ ਤੇ ਫਿਰ ਕੋਈ ਫੈਸਲਾ ਲਵੋ ਤੇ ਕੰਮ ਕਰੋ। ਇਹ ਨਾ ਹੋਵੇ ਕਿ ਕੰਮ ਤਾਂ ਪਹਿਲਾਂ ਕਰ ਲਿਆ ਜਾਵੇ ਤੇ ਫਿਰ ਪਛਤਾਵਾ ਕਰਨ ਵਾਸਤੇ ਵੇਲ ਹੀ ਵੇਲ ਹੋਵੇ। ਗੁਰਬਾਣੀ ਵੀ ਸਾਨੂੰ ਸੇਧ ਦਿੰਦੀ ਹੈ, ਮੰਦਾ ਮੂਲ ਨਾ ਕੀਚਈ ਦੇ ਲੰਮੀ ਨਜ਼ਰ ਨਿਹਾਲੀ ਹੈ। ਲੰਮੀ ਨਜ਼ਰ ਤੋਂ ਭਾਵ ਇਹ ਹੈ ਕਿ ਜੋ ਵੀ ਕੁਝ ਅਸੀਂ ਕਰਨ ਦੀ ਸੋਚ ਰਹੇ ਹਾਂ, ਜੋ ਕੁਝ ਬੋਲਣ ਦੀ ਸੋਚ ਰਹੇ ਹਾਂ, ਉਹਦਾ ਜੋ ਆਉਣ ਵਾਲੇ ਸਮੇਂ 'ਚ ਅਸਰ ਹੋਣ ਵਾਲਾ ਹੈ, ਉਹਦੇ ਬਾਰੇ ਵਿਚਾਰ ਕਰਕੇ ਹੀ ਕੋਈ ਕੰਮ ਕੀਤਾ ਜਾਵੇ, ਕੋਈ ਬੋਲ ਬੋਲਿਆ ਜਾਵੇ। तो ये कहानी ਦੀ ਇੱਥੇ ਸਮਾਪਤੀ ਹੈ। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਿ ਆਪਨੇ ਇਹਨਾਂ ਕਹਾਣੀਆਂ ਨੂੰ ਸੁਨਿਆ ਹੈ ਤੇ ਹੁਣ ਬਾਕੀ ਦਾ ਸਮੇਂ ਵਿੱਚ ਅਸੀਂ ਸੰਗਤ ਦੀ ਪਾਰਟਿਸਿਪੇਸ਼ਨ ਚਾਹਾਂਗੇ ਤੇ ਇਹਨਾਂ ਕਹਾਣੀਆਂ ਦੇ ਬਾਰੇ ਆਪ ਜੀ ਦੀ ਕੀ ਰਾਏ ਹੈ ਕਿ ਇਹਨਾਂ ਦੇ ਵਿੱਚੋਂ ਮਿਲੇ ਹੋਏ ਸੁਨੇਹੇ ਗੁਰਬਾਣੀ ਗੁਰਮਤ ਦੇ ਅਨੁਕੂਲ ਹਨ ਤੇ ਇਹਨਾਂ ਨੂੰ ਅਸੀਂ ਜ਼ਿੰਦਗੀ 'ਚ ਕਿਵੇਂ ਅਪਣਾ ਸਕਦੇ ਹਾਂ ਜਾਂ ਇਸ ਤਰੀਕੇ ਦੀ ਪ੍ਰੈਜੈਂਟੇਸ਼ਨ ਨੂੰ ਆਪ ਜੀ ਯੂਜ਼ਫੁਲ ਸਮਝਦੇ ਹੋ ਤੇ ਜਾਂ ਇਹਦੇ ਵਿੱਚ ਕੋਈ ਸੁਧਾਰ ਕੋਈ ਇੰਪਰੂਵਮੈਂਟ ਕਰਨ ਦੇ ਬਾਰੇ ਆਪ ਜੀ ਦਾ ਕੋਈ ਸੁਝਾਅ ਹੋਵੇ ਤਾਂ ਆਪ ਜ਼ਰੂਰ ਸਾਂਝ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਡਾਕਟਰ ਸੁਰਿੰਦਰ ਸਿੰਘ। ਇਹ ਕਹਾਣੀਆਂ ਬਹੁਤ ਵਧੀਆ ਨੇ, ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਬੜਾ ਸੌਖਾ ਤਰੀਕਾ ਹੈ, ਇਹਨਾਂ ਤੋਂ ਸਿੱਖ ਕੇ ਬੰਦਾ ਆਪਣੇ ਆਪ ਨੂੰ ਬਦਲ ਸਕਦਾ। ਆਈ ਥਿੰਕ ਮਹੀਨੇ 'ਚ ਇੱਕ ਅੱਧੀ ਵਾਰ ਇਹੋ ਜਿਹਾ ਕਰਦੇ ਰਹੋ ਤੇ ਬਹੁਤ ਵਧੀਆ ਰਹੇਗਾ। ਠੀਕ ਹੈ ਜੀ। ਸਰਬਜੀਤ ਸਿੰਘ ਜੀ। ਹਾਂਜੀ, ਥੈਂਕ ਯੂ ਫॉर ਦੂਜੀ ਸਟੋਰੀ ਵੀ ਆਪ ਜੀ ਦੀ ਬਹੁਤ ਵਧੀਆ ਆ ਤੇ ਸਿਰਫ ਜੇ ਸੁਣਾਈ ਜਾਵੇ ਚਾਰ ਚੀਜ਼ਾਂ ਬਹੁਤ ਵਧੀਆ ਦੱਸੀ, ਪਰ ਜਿਹੜੀ ਪਹਿਲੀ ਚੀਜ਼ ਆਪ ਜੀ ਨੇ ਦੱਸੀ ਹੈ ਕਿ ਜੇ ਪੱਥਰ ਪਾਣੀ ਵਿੱਚ ਸੁੱਟ ਦਈਏ ਤੇ ਵਾਪਸ ਨਹੀਂ ਆਉਂਦਾ, ਮੇ ਬੀ ਪੱਥਰ ਦੀ ਜਗ੍ਹਾ ਅਸੀਂ ਕੋਈ ਸ਼ੂਗਰ ਕਿਊਬ ਜਾਂ ਲੂਣ ਦਾ ਢੇਲੀ ਕਹਿ ਦਈਏ, ਉਹ ਸੁੱਟ ਦਈਏ ਤੇ ਉਹ ਵਾਪਸ ਨਹੀਂ ਆਉਂਦੀ ਹੈ। ਪੱਥਰ ਤੇ ਫੇਰ ਵੀ ਸ਼ਾਇਦ ਪਾਣੀ ਵਿੱਚ ਸੁੱਟ ਕੇ ਵਾਪਸ ਆ ਜਾਏ, ਪਰ ਜਿਹੜੀ ਚੀਜ਼ ਡਿਸੋਲਵ ਵੀ ਹੋ ਗਈ, ਖਤਮ ਵੀ ਹੋ ਗਈ, ਉਹ ਵਾਪਸ ਨਹੀਂ ਆਏਗੀ ਸਾਨੂੰ। ਇਸ ਤਰ੍ਹਾਂ ਤੁਸੀਂ ਮੇ ਬੀ ਯੂਜ਼ ਕਰ ਸਕਦੇ ਹੋ ਜੇ ਠੀਕ ਸਮਝੋ ਤਾਂ, ਅਦਰਵਾਈਜ਼ ਠੀਕ ਹੈ, ਮੈਸੇਜ ਠੀਕ ਹੈ। ਬਿਲਕੁਲ ਠੀਕ ਸੁਜੈਸ਼ਨ ਹੈ ਤੁਹਾਡੀ ਤੇ ਇਨਫੈਕਟ ਇਹਨੂੰ ਰਿਪਲੇਸ ਕਰ ਦਿੱਤਾ ਜਾਏਗਾ। ਬਹੁਤ ਵਧੀਆ ਮੈਸੇਜ, ਬਹੁਤ ਅੱਛਾ ਮੈਸੇਜ, ਬਹੁਤ ਅੱਛਾ, ਥੈਂਕ ਯੂ ਜੀ। ਹਾਂਜੀ, ਨੈਕਸਟ ਜੀ ਸੁਖਦੇਵ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਮੈਂ ਵੀ ਇਹੀ ਕਹਿਣਾ ਚਾਹੁੰਦੀ ਸੀ ਵੀ ਕਹਾਣੀ ਜਦੋਂ ਸੁਣਾਈ ਜਾਂਦੀ ਹੈ ਨਾ ਗੁਰਬਾਣੀ ਨਾਲ ਰਿਲੇਟ ਕਰਕੇ, ਉਹ ਬੰਦੇ ਨੂੰ ਜ਼ਿਆਦਾ ਯਾਦ ਰਹਿੰਦੀ ਹੈ ਤੇ ਇਸ ਤਰ੍ਹਾਂ ਇਹ ਦਿਮਾਗ ਦੇ ਉੱਤੇ ਤੁਹਾਨੂੰ ਇੱਕ ਕਹਾਣੀ ਯਾਦ ਆ ਜਾਂਦੀ ਜਦੋਂ ਤੁਸੀਂ ਕੁਝ ਕਰਨ ਲੱਗਦੇ ਆ ਵੀ ਇਸ ਤਰ੍ਹਾਂ ਗੁਰਬਾਣੀ ਇਸ ਤਰ੍ਹਾਂ ਕਹਿੰਦੀ ਹੈ ਸਾਨੂੰ, ਸੋ ਬੰਦਾ ਉਹਨੂੰ ਭੁੱਲਦਾ ਨਹੀਂ। ਤੇ ਮੈਂ ਤਾਂ ਇਹੀ ਕਹੂੰਗੀ ਵੀ ਹੋਰ ਇਸ ਤਰ੍ਹਾਂ ਦੀਆਂ ਕਹਾਣੀਆਂ ਗੁਰਬਾਣੀ ਨਾਲ ਜੋੜ ਕੇ ਜ਼ਰੂਰ ਸੁਣਾਉਂਦੇ ਰਹੋ ਤਾਂ ਕਿ ਸਾਨੂੰ ਸਾਡੇ ਦਿਮਾਗ 'ਚ ਉਹ ਗੱਲ ਵੜ ਜਾਵੇ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਵਧੀਆ ਤੇ ਬਹੁਤ ਕੁਝ ਸਿੱਖ ਰਹੇ ਆ। ਪਰਮਾਤਮਾ ਤੁਹਾਨੂੰ ਤੰਦਰੁਸਤੀ ਚੜ੍ਹਦੀ ਕਲਾ ਬਖਸ਼ੇ। ਧੰਨਵਾਦ ਜੀ। ਪ੍ਰੀਤੀ ਆਲੂਵਾਲੀਆ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
Veer ji, we call them icebreakers ji. Ek kahani suna ke when you invite the people around the table to come in and express their views or share their opinions or their thoughts about it. The forum bahut changa hai ji. It is very inviting. It is not intimidating at all. The Vadya forum hai ji. I appreciate you presenting in this manner. The second point that I wanted to make about was the ice cube and the sugar. I don't think that's applicable because it changes the constitution of the matter you have thrown it into. Like the sugar cube will add sugar to the water like coffee in the previous this thing, and sugar, salt is retrievable from the oceans. Again, it changes the body of this thing. Sadi Gurbani kendi hai ki ਤੁਸੀਂ ਉਸ ਵਿੱਚ ਸਮਾ ਜਾਓ without trying to change the content. This is my thought, G, and it's coming from an open discussion. That's what I wanted to put on the table. A stone sinking and going to the bottom means कि जी ਤੁਸੀਂ अपने आप ਨੂੰ ਪਛਾਣ ਰਹੇ ਹੋ, ਤੁਹਾਡੀ ਆਪਣੀ ਗਤੀ ਕੀ ਹੈਗੀ ਹੈ. The other two things kind of change the gati of the thing you've thrown it into is my 2 cents. Actually the message है ना उस statement ਦਾ, that was part of this set, ਜਿਹੜਾ ਕਿ ਭਈ ਇਹ indicate ਕਰਦਾ ਸੀਗਾ ਕਿ these are events which once they happen they are irretrievable ਕਿਉਂਕਿ ਜਿਹੜਾ ਸਮਾਂ ਗੁਜ਼ਰ ਗਿਆ ਹੈ, ਜਿਹੜਾ ਬੋਲ ਬੋਲਿਆ ਗਿਆ ਹੈ, ਜਿਹੜਾ ਮੌਕਾ ਗਵਾ ਦਿੱਤਾ ਗਿਆ ਹੈ, ਤੇ ਜਿਹੜਾ ਅਸੀਂ ਹੱਥੋਂ ਚੀਜ਼ ਸੁੱਟ ਦਿੱਤੀ ਹੈ, let us say into deep ocean, ਜੇ ਅਸੀਂ ਪੱਥਰ ਵੀ ਸਪੋਜ਼ ਸੁੱਟ ਦਿੰਦੇ ਹਾਂ ਸਮੁੰਦਰ ਦੇ ਅੰਦਰ, ਤੇ ਉਹਨੂੰ ਰਿਟਰੀਵ ਕਰਨਾ ਨੈਕਸਟ ਟੂ ਇੰਪੋਸੀਬਲ ਹੀ ਹੈ. ਮਤਲਬ ਇੰਪੋਸੀਬਲ ਨਹੀਂ ਕਹਿ ਸਕਦੇ, ਬਟ ਵੈਰੀ ਵੈਰੀ ਡਿਫਿਕਲਟ. Anji, but the thing, the story, when you attach it to Gurmat says that it is not, for everybody outside to change. It is the change coming internally. Oh, mera matlab si ji. The stone, like when you think of stone soup and everything else, it gives itself and melds itself into the content rather than change the content. That's what I was getting at. Similar, Anji. ਜਿਹੜਾ ਤੁਸੀਂ ਕਿਹਾ ਕਿ ਹਰ ਸਟੋਰੀ ਤੋਂ ਬਾਅਦ ਡਿਸਕਸ਼ਨ ਹੋਣੀ ਚਾਹੀਦੀ ਹੈ, that is what I attempted today. ਪਰ ਕੋਈ ਬਹੁਤ ਜ਼ਿਆਦਾ ਪਹਿਲੀ ਕਹਾਣੀ ਤੋਂ ਬਾਅਦ ਤੇ ਕੋਈ ਰਿਸਪੌਂਸ ਮਿਲੀ ਨਹੀਂ, ਸਿਵਾਏ ਇੱਕ ਚੈਟ ਦੇ ਮੈਸੇਜ ਸੇ. ਤੇ ਪਰ ਮੇਰੀ ਕੋਸ਼ਿਸ਼ ਇਹੀ ਸੀ, ਕਿਉਂਕਿ ਜਦੋਂ ਅਸੀਂ ਸੈਟਰਡੇ ਨੂੰ ਇਹ ਕਹਾਣੀਆਂ ਉੱਥੇ ਕੀਤੀਆਂ ਸਨ 7 PM ਵਾਲੀ ਕਲਾਸ ਵਿੱਚ, ਤਾਂ ਉਸ ਦਿਨ 5 ਕਹਾਣੀਆਂ ਇਕੱਠੀਆਂ ਨਰੇਟ ਕਰਨ ਤੋਂ ਬਾਅਦ ਜਦੋਂ ਸੰਗਤ ਦੇ ਕਮੈਂਟਸ ਪੁੱਛੇ ਗਏ ਸੀ, ਤਾਂ ਪਹਿਲੀਆਂ 3 ਕਹਾਣੀਆਂ ਤਾਂ ਐਜ਼ ਇਫ ਭੁੱਲ ਹੀ ਗਈਆਂ ਸਨ. ਸਿਰਫ ਲਾਸਟ 2 ਸਟੋਰੀਜ਼ ਜਿਹੜੀਆਂ ਟੀਮ ਵਰਕ ਦੇ ਉੱਤੇ ਸੀਗੀਆਂ, ਉਹਨਾਂ ਦੇ ਬਾਰੇ ਹੀ ਡਿਸਕਸ਼ਨ ਹੋਈ ਸੀਗੀ. ਤਾਂ ਇਸ ਕਰਕੇ ਮੈਂ ਸੋਚਿਆ ਕਿ ਭਈ ਅੱਜ ਦਾ ਇਹ ਇੱਕ ਟਰਾਈ ਕਰਦੇ ਹਾਂ ਕਿ ਆਫਟਰ ਈਚ ਸਟੋਰੀ ਅਸੀਂ ਥੋੜੀ ਜਿਹੀ 2 ਮਿੰਟ ਦੀ 3 ਮਿੰਟ ਦੀ ਬ੍ਰੇਕ ਲੈ ਲੈਂਦੇ ਹਾਂ. ਸੋ ਦੈਟ ਇਜ਼ ਵਾਟ Anji, great format. Meri class miss ho gayi si. Mere Tanpak that I got to attend it again today. So yes, I appreciate this format better because you can table ਤੁਹਾਡੇ ਜਿਹੜੇ thoughts ne immediately after for discussion. I like this format. Thank you ji. Dhanwad. Dr. Surinder Singh ji. ਉਹ ਵੀਰ ਜੀ, ਮੈਨੂੰ ਕੀ ਵਾਲੀ ਜਿਹੜੀ ਸਟੋਰੀ ਹੈ ਉਹ ਦੁਬਾਰਾ ਰਿਪੀਟ ਕਰੋਗੇ ਫਿਰ ਨੈਕਸਟ ਵੀਕ, ਜਾਂ ਦੁਬਾਰਾ ਕਿਸੇ ਵੇਲੇ? ਉਹ ਸਟੋਰੀ ਦੇ ਵਿੱਚ ਵੀ ਮੈਸੇਜ ਬਹੁਤ ਵਧੀਆ ਹੈ. ਐਕਚੁਅਲੀ ਉਹ ਜਿਹੜੀ 2 ਸਟੋਰੀਜ਼ ਹਨ ਨਾ ਜੀ, ਇੱਕ ਮੈਂ ਵੱਡਾ ਕਿ ਤੂੰ ਤੇ ਦੂਜੀ ਮੈਨੂੰ ਕੀ, ਉਹ ਦੋਨੋਂ ਸਟੋਰੀਜ਼ ਟੀਮ ਵਰਕ ਦੇ ਉੱਤੇ ਇੱਕੋ ਥੀਮ ਦੇ ਉੱਤੇ ਹੈਗੀਆਂ ਨੇ. ਉਹ ਦੋਨਾਂ ਨੂੰ ਇਕੱਠਿਆਂ ਕਿਸੇ ਡਿਫਰੈਂਟ ਕਲਾਸ ਵਿੱਚ ਫਿਰ ਲਵਾਂਗੇ. ਅੱਜ ਮੈਨੂੰ ਲੱਗਦਾ ਸੀ ਇੱਥੇ ਟਾਈਮ ਇੰਨਾ ਸਫੀਸ਼ੀਐਂਟ ਨਹੀਂ ਹੋਏਗਾ ਕਿ ਬਈ ਅਸੀਂ 5 ਸਟੋਰੀਜ਼ ਨੂੰ ਵਿਦਿਨ 45 ਮਿੰਟਸ ਕਰ ਸਕੀਏ. ਸੋ ਉਹ ਇਸ ਕਰਕੇ ਅਗਲੇ ਕਿਸੇ ਵੀ ਮੌਕੇ ਵਾਸਤੇ ਯੂਜ਼ ਕਰਤੇ ਜੀ. ਠੀਕ ਹੈ ਜੀ, ਉਸ ਸਟੋਰੀ ਦਾ ਮੈਸੇਜ ਬਹੁਤ ਐਜੂਕੇਸ਼ਨ ਹੈ. ਰਾਈਟ ਜੀ. ਹਾਂਜੀ, ਅੰਮ੍ਰਿਤ ਕੌਰ ਜੀ. ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ. ਹਾਂਜੀ ਵੀਰ ਜੀ, ਮੈਂ ਇਹੀ ਕਹਿਣੀ ਸੀ ਇਹ ਗੱਲ ਕਿ ਜਿਹੜੀਆਂ 2 ਸਟੋਰੀਜ਼ ਨਾ ਮੇਰੀਆਂ ਮਿਸ ਹੋ ਗਈਆਂ ਨੇ ਇਸ ਟਾਈਮ. ਮੈਂ ਦੂਸਰੀ ਕਲਾਸ ਵਿੱਚ ਸੀ ਗੁਰਮਤ ਦੀ, ਤੇ ਜਦੋਂ ਮੈਂ ਐਂਟਰ ਕੀਤਾ ਤੇ 3rd ਮੈਂ ਤੁਹਾਡੀ ਸੁਣੀ, ਮੈਨੂੰ ਬਹੁਤ ਅੱਛੀ ਲੱਗੀ ਸਟੋਰੀ. ਉਹਦਾ ਸਮਝਾਉਣ ਦਾ ਵੇ ਇੱਕ ਚੀਜ਼ ਉਹਦੇ ਬਹੁਤ ਅੱਛੀ ਸੀ, ਇੱਕ ਮੈਸੇਜ ਮਿਲਿਆ. ਸੋ ਉਹਦੇ ਵਾਸਤੇ ਤੁਸੀਂ ਪਲੀਜ਼ ਵਰੀ ਨਾ ਕਰੋ. ਅਸੀਂ ਇਹ ਐਕਚੁਅਲੀ ਇੱਥੇ ਸੁਣਾਈਆਂ ਇਸ ਪਿੱਛੇ ਹੀ ਨੇ ਕਿ ਇਹਨਾਂ ਦੀ ਨਾਲ ਰਿਕਾਰਡਿੰਗ ਹੋ ਰਹੀ ਹੈ, ਔਰ ਇਹ YouTube ਦੇ ਉੱਤੇ ਅਸੀਂ ਜਿਹੜਾ ਸਾਡਾ ਚੈਨਲ ਹੈ ਉੱਥੇ ਪੋਸਟ ਕਰ ਦਿੱਤੀ ਜਾਏਗੀ. तो ਜਿਹੜੇ ਪਹਿਲੀ ਜਾਂ ਦੂਜੀ ਸਟੋਰੀ ਆਪ ਮਿਸ ਕਰ ਚੁੱਕੇ ਹੋ, ਉਹਨਾਂ ਨੂੰ ਉਸੇ ਵੀਡੀਓ ਤੋਂ ਦੇਖ ਸਕਦੇ ਹੋ. ਅੱਛਾ ਜੀ, ਤੇ ਕੀ ਹੋਏਗਾ ਲਿੰਕ ਉੱਥੇ ਦਾ YouTube ਦਾ?
ਦੇਖੋ ਜਿਹੜੀ ਕਲਾਸ ਦਿੱਲੀ ਦੀ ਹੈਗੀ ਹੈ ਨਾ 8:30 ਵਜੇ ਹਾਂਜੀ ਵਾਲੀ, ਦਿੱਲੀ ਦੇ ਹਾਂਜੀ ਇਹਦਾ ਤਾਂ ਚੈਨਲ ਹੈਗਾ ਵੇ ਗੁਰਮਤ ਐਜੂਕੇਸ਼ਨ ਮਿਸ਼ਨ ਦਿੱਲੀ। ਅੱਛਾ ਗੁਰਮਤ ਐਜੂਕੇਸ਼ਨ ਦਿੱਲੀ, ਠੀਕ ਹੈ ਜੀ। ਪਰ ਇਹ ਸੇਮ ਵੀਡੀਓ ਜਿਹੜੀ ਸਾਡੀ ਸ਼ਾਮੀ 7 ਵਜੇ ਵਾਲੀ ਕਲਾਸ ਹੈ ਉਸਦੇ ਹਾਂਜੀ ਚੈਨਲ ਤੇ ਵੀ ਪੋਸਟ ਕੀਤੀ ਜਾਏਗੀ, ਔਰ ਉਸਦਾ ਜੋ ਚੈਨਲ ਦਾ ਨਾਮ ਹੈ ਹਾਂਜੀ ਉਹ ਹੈ ਸਿੱਖ ਮਿਸ਼ਨਰੀ ਕਾਲਜ ਅੱਛਾ ਜੀ। SMC ਗੁਰਮਤ ਕਲਾਸ USA। ਅੱਛਾ ਇਹ ਦੋਨੋਂ YouTube ਤੇ ਅਵੇਲੇਬਲ ਹੋਣਗੇ ਹਾਂਜੀ ਮਤਲਬ? ਹਾਂਜੀ, ਇਹ ਦੋਨੋਂ ਚੈਨਲ ਹਨ ਤੇ ਜਿੰਨੇ ਸਾਡੀ ਕਲਾਸਾਂ ਦੇ ਵਿੱਚ ਜਿੰਨੇ ਵੀ ਪ੍ਰੋਗਰਾਮ ਹੁੰਦੇ ਨੇ ਸਭ ਦੀ ਜੀ ਰਿਕਾਰਡਿੰਗ ਇਹਨਾਂ YouTube ਚੈਨਲ ਦੇ ਉੱਤੇ ਆਪੋ ਅੱਛਾ ਆਪਣੇ ਮਿਲ ਜਾਏਗਾ, ਅਪਰੋਪਰੀਏਟ ਜਗ੍ਹਾ ਤੇ ਪਾ ਦਿੱਤੀ ਜਾਂਦੀ ਹੈ। ਠੀਕ ਹੈ ਵੀਰ ਜੀ, ਥੈਂਕ ਯੂ ਸੋ ਮਚ। ਮੈਂ ਫਿਰ ਦੇਖ ਤੁਸੀਂ ਲਾਂਗੀ ਉਹਦੇ ਦੋਨੋਂ ਵਿੱਚ। ਨਾਮ ਜਿਹੜੇ ਨੋਟ ਕਰਕੇ ਰੱਖ ਲਓ, ਜਿਹੜੀ ਅੱਛਾ 8:30 ਵਾਲੀ ਕਲਾਸ ਹੈ ਗੁਰਮਤ ਐਜੂਕੇਸ਼ਨ ਮਿਸ਼ਨ, ਔਰ ਹਾਂਜੀ ਜਿਹੜੀ 7 ਵਜੇ ਵਾਲੀ ਕਲਾਸ ਹੈ ਉਹ ਹੈ ਸਿੱਖ ਮਿਸ਼ਨਰੀ ਕਾਲਜ SMC ਅੱਛਾ ਗੁਰਮਤ ਕਲਾਸ। ਠੀਕ ਹੈ ਵੀਰ ਜੀ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਠੀਕ ਹੈ ਜੀ, ਫਿਰ ਜੇ ਹੋਰ ਕਿਸੇ ਸੱਜਣ ਦਾ ਕੋਈ